ਕਿਵੇਂ ਚੱਲ ਰਿਹਾ ਪ੍ਰਚਾਰ, ਕੀ ਕਹਿੰਦੇ ਲੋਕ? ਉਹ ਸਮਾਂ ਆ ਗਿਆ ਕਿ ਜਦੋਂ ਲੋਕ ਇਸ ਵੇਲੇ ਇੰਨੇ ਕੁ ਚਾਚ ਨੇ, ਇੰਨੇ ਕੁ ਉਤਾਵਲੇ ਨੇ ਕਿ ਕਦੋਂ 20 ਤਰੀਕ ਆਵੇ ਤੇ ਕਦੋਂ ਅਸੀਂ ਵੋਟਾਂ ਪਾਈਏ ਤੇ ਕਦੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ। ਚਰਨਜੀਤ ਚੰਨੀ ਦੇ ਐਲਾਨ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਦਲਿਤ ਵੋਟ ਆ ਜਿਹੜੀ ਉਹ ਕੁਛ ਨਾ ਕੁਛ ਤੁਹਾਡੇ ਨਾਲ ਟੁੱਟ ਜਾਣੀ? ਸਰਕਾਰ ਬਣ ਗਈ ਤੇ ਗੱਲ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਦੀ ਆਈ, ਜਦੋਂ ਪੰਜਾਬ ਤੇ ਦਿੱਲੀ ਦੀ ਆਈ, ਜਾਂ ਸਿੱਖਾਂ ਦੀ ਰਿਹਾਈ ਦੀ ਆਈ, ਜਾਂ ਪਾਣੀਆਂ ਦੀ ਆਈ, ਕਹਿੰਦੇ ਉਦੋਂ ਮਸਲਾ ਹਟ ਜਾਣਾ ਹੈ। ਪੰਜਾਬ ਕੇਂਦਰਿਤ ਨਹੀਂ ਗੱਲ ਹੋਣੀ, ਦਿੱਲੀ ਤੋਂ ਫੈਸਲੇ ਹੋਣਗੇ। ਤਾਂ ਨੈਸ਼ਨਲ ਪਾਰਟੀ ਦੀ ਜਿਹੜੀਆਂ ਇੰਸਟਰਕਸ਼ਨਸ ਆਉਣੀਆਂ, ਡਾਇਰੈਕਸ਼ਨਸ ਆਉਣੀਆਂ ਨੇ, ਉਹ ਆਉਣੀਆਂ ਦਿੱਲੀ ਤੋਂ ਹੀ ਹੁੰਦੀਆਂ ਨੇ। ਬਲਜਿੰਦਰ ਕੌਰ ਨੇ ਚਿੱਟੇ ਦੇ ਖਿਲਾਫ ਲੜਾਈ ਨਹੀਂ ਲੜੀ। ਕਿਸੇ ਘਰ ਨੂੰ ਅੱਜ ਨਸ਼ੇ ਨੇ ਖਤਮ ਕਰ ਦਿੱਤਾ, ਕਿਸੇ ਘਰ ਨੂੰ ਅੱਜ ਜਿਹੜੀਆਂ ਬਿਮਾਰੀਆਂ ਨੇ ਭਿਆਨਕ ਉਹਨਾਂ ਨੇ ਖਤਮ ਕਰ ਦਿੱਤਾ। ਕਿਸੇ ਕੋਲੇ ਇੰਨੀ ਕੁ ਗਰੀਬੀ ਆ ਕਿ ਉਹਨਾਂ ਕੋਲੇ ਸਾਧਨ ਹੈ ਨਹੀਂ, ਕਿਸੇ ਕੋਲੇ ਬੱਚਿਆਂ ਨੇ ਆਪਣਿਆਂ ਨੂੰ ਪੜ੍ਹਾਈ ਕਰਾ ਲਿਆ ਪਰ ਉਹਨਾਂ ਕੋਲੇ ਨੌਕਰੀਆਂ ਹੈ ਨਹੀਂ। MLA ਸੰਬੋਧਨ ਕਰ ਜਾਂਦਾ, ਮੂਹਰੇ ਬੰਦੇ ਖੜੇ ਰਹਿੰਦੇ, ਤੁਸੀਂ ਹਮੇਸ਼ਾ ਜਿੱਥੇ ਜਾਂਦੇ ਹੋ ਪਹਿਲਾਂ ਬੀਬੀਆਂ ਨੂੰ ਅੱਗੇ ਬੁਲਾਉਂਦੇ ਹੋ, ਤਾਂ ਬੀਬੀਆਂ ਨੂੰ ਇੰਪਰੈਸ ਕਰਨ ਦੇ ਵਿੱਚ ਜਾਂ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਰਹੇ ਹੋ? ਇਹ ਤਾਂ ਮੰਤਰੀ ਬਣ ਗਏ ਤਾਂ ਸਹੇਲੀਆਂ, ਫਿਰ ਤੁਸੀਂ ਮਾਣ ਨਾਲ ਤੁਰਿਆ ਕਰੋਗੇ ਵੀ ਹਾਂ ਸਾਡੀ ਸਹੇਲੀ ਮੰਤਰੀ ਹੈ। ਤੇ ਤਲਵੰਡੀ ਸਾਬੋ ਦਾ ਇੱਕੋ ਹੀ MLA ਹੋਇਆ ਹੋਊਗਾ ਜਿਹਨੇ ਆਪਦੇ ਹਲਕੇ ਨੂੰ ਡੋਰ ਟੂ ਡੋਰ ਕੀਤਾ, ਜਿਹੜਾ ਪੈਦਲ ਲੋਕਾਂ 'ਚ ਤੁਰ ਕੇ ਜਾਂਦਾ ਹੈ। ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਜਿੱਥੇ ਇਹੀ ਸੁਨੇਹਾ ਹੁੰਦਾ ਕਿ ਪੰਜਾਬ 'ਚੋਂ, ਪਿੰਡਾਂ 'ਚੋਂ ਜਿਹੜਾ ਨਸ਼ਾ ਜੀ ਉਹਨੂੰ ਖਤਮ ਕਰ ਦਿਓ, ਤੁਹਾਡੀ ਸਰਕਾਰ ਬਣਨ ਜਾ ਰਹੀ ਹੈ। ਤੇ ਇੱਕ ਹੋਰ, ਜੇ ਤੁਹਾਡਾ ਆਪਣਾ ਪਸੰਦੀਦਾ ਮਹਿਕਮਾ ਦੱਸੋ ਤਾਂ ਕਿਹੜਾ ਹੋਊਗਾ ਮੰਤਰੀ ਦਾ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ। ਮੈਂ ਗੁਰਪਾਲ ਸਿੰਘ ਬਰਾੜ। ਅੱਜ ਅਸੀਂ ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਦੇ ਵਿੱਚ ਹਾਂ ਔਰ ਸਾਡੇ ਨਾਲ ਮੌਜੂਦਾ MLA ਬੀਬੀ ਬਲਜਿੰਦਰ ਕੌਰ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੀਬੀ ਬਲਜਿੰਦਰ ਕੌਰ ਨੇ, ਆਮ ਆਦਮੀ ਪਾਰਟੀ 'ਚੋਂ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕਿਵੇਂ ਚੱਲ ਰਿਹਾ ਪ੍ਰਚਾਰ, ਕੀ ਕਹਿੰਦੇ ਲੋਕ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੇਖੋ, ਇਸ ਵੇਲੇ ਪੰਜਾਬ ਜਿਹੜੀ ਆ ਪੂਰੀ ਤਿਆਰੀ ਦੇ ਵਿੱਚ ਆ, ਕਿਉਂਕਿ ਪੰਜਾਬ ਨੇ ਬੇਸਿਕਲੀ ਦੇਖਿਆ ਜਾਵੇ ਜਿੱਥੇ ਬਹੁਤ ਲੰਬਾ ਟਾਈਮ ਜਿਹੜੀ ਆ ਉਡੀਕ ਕੀਤੀ ਆ ਕਿ ਕਦੋਂ ਸਮਾਂ ਆਵੇ, ਕਦੋਂ ਆਪਣੇ ਲੋਕਾਂ ਦੀ ਸਰਕਾਰ ਆਵੇ। ਸੋ ਅੱਜ ਉਹ ਸਮਾਂ ਆ ਗਿਆ ਕਿ ਜਦੋਂ ਲੋਕ ਇਸ ਵੇਲੇ ਇੰਨੇ ਕੁ ਚਾਚ ਨੇ, ਇੰਨੇ ਕੁ ਉਤਾਵਲੇ ਨੇ ਕਿ ਕਦੋਂ 20 ਤਰੀਕ ਆਵੇ ਤੇ ਕਦੋਂ ਅਸੀਂ ਵੋਟਾਂ ਪਾਈਏ ਤੇ ਕਦੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ। ਸੋ ਪੰਜਾਬ ਨੂੰ ਬੇਸਿਕਲੀ ਅੱਜ ਦਾ ਜਿਹੜਾ ਸਮਾਂ ਆ ਇਹ ਬੜੀਆਂ ਚਾਵਾਂ ਨਾਲ ਮਿਲਿਆ। ਸੋ ਮੈਂ ਕਿਤੇ ਗੱਲ ਕਰ ਰਹੀ ਸੀ, ਉਹ ਮੈਨੂੰ ਪੁੱਛ ਰਹੇ ਸੀ, ਕਹਿੰਦੇ ਜੀ ਸਾਨੂੰ ਤਾਂ ਚਾਹ ਹੀ ਵਾਲਾ ਚੜ੍ਹਿਆ ਪਿਆ ਵੋਟਾਂ ਪਾਉਣ ਦਾ। ਸੋ ਜਿਹੜਾ ਸ਼ਬਦ ਚਾਹ ਨਾ, ਸਮਝ ਲਓ ਪੰਜਾਬ ਦਾ ਚਾਹ ਐਸਾ ਚੜ੍ਹਿਆ ਹੋਇਆ ਵੀ ਸਰਕਾਰ ਬਣਾਉਣ ਲਈ ਇਸ ਵੇਲੇ ਪੰਜਾਬ ਪੂਰਾ ਹਤਾਬ ਲਾਇਆ। ਅੱਛਾ, ਚਰਨਜੀਤ ਚੰਨੀ ਨੂੰ ਐਲਾਨ ਕਰਤਾ ਉਹਨਾਂ ਨੇ CM ਚਿਹਰੇ ਵੱਲੋਂ। ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਨੂੰ ਕਰਨਗੇ, ਤਾਂ ਕਈ ਸਿਆਣੇ ਲੋਕ ਇਹ ਕਹਿੰਦੇ ਸੀ ਭਲਾ ਨਵਜੋਤ ਸਿੰਘ ਸਿੱਧੂ ਦਾ ਜਿੰਨਾ ਮਰਜ਼ੀ ਨਾਮ ਹੋਵੇ ਪਰ ਚਰਨਜੀਤ ਚੰਨੀ ਨੂੰ ਕਰਨਗੇ ਤਾਂ ਕਾਂਗਰਸ ਜ਼ਿਆਦਾ ਇਫੈਕਟਿਵ ਰਹੇਗੀ। ਤਾਂ ਚਰਨਜੀਤ ਚੰਨੀ ਦੇ ਐਲਾਨ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਦਲਿਤ ਵੋਟ ਆ ਜਿਹੜੀ ਉਹ ਕੁਛ ਨਾ ਕੁਛ ਤੁਹਾਡੇ ਨਾਲ ਟੁੱਟ ਜਾਣੀ? ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਫਰਕ ਪਊਗਾ, ਕਿਉਂਕਿ ਦੋ ਧਿਰਾਂ ਬੇਸਿਕਲੀ ਰਹੀਆਂ ਨੇ ਤੇ ਉਹ ਲੰਬਾ ਟਾਈਮ ਕੈਪਟਨ ਕੇ ਲੰਬਾ ਟਾਈਮ ਬਾਦਲ ਪਰਿਵਾਰ, ਤੇ ਪੰਜਾਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਆ। ਪੰਜਾਬ ਪਿਛਲੀ ਵਾਰੀ ਜਦੋਂ ਕਾਂਗਰਸ ਨੇ ਸਰਕਾਰ ਬਣਾਈ ਆ ਤਾਂ ਬਹੁਤ ਸਾਰੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸੀਗੇ ਤੇ ਪੰਜਾਬ ਨੇ ਉਹਨਾਂ ਵਾਅਦਿਆਂ ਤੇ ਯਕੀਨ ਕੀਤਾ ਸੀ, ਭਰੋਸਾ ਕੀਤਾ ਸੀ, ਪਰ ਉਹ ਭਰੋਸੇ ਜਿਹੜੇ ਇੱਕ ਇੱਕ ਕਰਕੇ ਪੰਜਾਬ ਦੇ ਟੁੱਟੇ ਆ। ਬਿਲਕੁਲ ਜਿਹੜੇ ਆ ਇੱਕ ਵੀ ਕੰਮ ਜਿਹੜਾ 5 ਸਾਲਾਂ 'ਚ ਸਰਕਾਰ ਨੇ ਨਹੀਂ ਕੀਤਾ। ਤਾਂ ਜਦੋਂ ਨਹੀਂ ਕੋਈ ਕੰਮ ਹੋਇਆ ਤਾਂ ਉਹ ਆਪਣੇ ਜਿਹੜੀਆਂ ਸਾਰੇ ਨਾਕਾਮੀਆਂ ਸੀਗੀਆਂ ਸਰਕਾਰ ਦੀਆਂ ਉਹਨਾਂ ਨੂੰ ਲੁਕਾਉਣ ਵਾਸਤੇ, ਉਹਨਾਂ ਨੂੰ ਛੁਪਾਉਣ ਵਾਸਤੇ ਕਾਂਗਰਸ ਨੇ ਇੱਕਦਮ ਚੰਨੀ ਸਾਹਿਬ ਨੂੰ ਅੱਗੇ ਕਰ ਦਿੱਤਾ। ਸੋ ਬੇਸਿਕਲੀ ਚੰਨੀ ਸਾਹਿਬ ਨੂੰ ਲੈ ਕੇ ਆਉਣਾ ਸਰਕਾਰ ਨੇ ਦੀ ਇੱਕ ਮਜਬੂਰੀ ਸੀਗੀ, ਜਿਹੜੀ ਉਹਨਾਂ ਨੂੰ ਕਿਸੇ ਚਾਅ ਨਾਲ ਜਾਂ ਕਿਸੇ ਖੁਆਇਸ਼ ਨਾਲ ਨਹੀਂ ਲੈ ਕੇ ਆਉਂਦਾ ਸੀ। ਉਹਨਾਂ ਨੂੰ ਲੈ ਕੇ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਲੋਕਾਂ ਦੀਆਂ ਸ਼ਾਇਦ ਗਾਲਾਂ ਤੋਂ ਬਚ ਜਾਈਏ ਜੇ ਅਸੀਂ ਚੰਨੀ ਸਾਹਿਬ ਨੂੰ ਅੱਗੇ ਕਰ ਦਈਏ, ਕਿ ਸ਼ਾਇਦ ਇੱਕ ਪੋਲੀਟਿਕਸ ਦੇ ਵਿੱਚ ਇੱਕ ਐਸਾ ਪੱਤਾ ਖੇਡਿਆ ਸੀ ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡਾ ਬਚਾਅ ਹੋ ਜਾਊਗਾ। ਪਰ ਉਹ ਬਚਾਅ ਬਚੂ ਹੋਣ ਵਾਲੀਆਂ ਗੱਲਾਂ ਨਹੀਂ, ਕਿਉਂਕਿ ਪੰਜਾਬ ਨੇ ਤਾਂ ਬੜੇ ਮੌਕੇ ਦੋਹਾਂ ਪਾਰਟੀਆਂ ਨੂੰ ਦਿੱਤੇ ਨੇ। ਸੋ ਇਸ ਵੇਲੇ ਜਿਹਨੂੰ ਮਰਜ਼ੀ ਐਲਾਨੀ ਜਾਣ ਤੇ ਜਿਹਨੂੰ ਮਰਜ਼ੀ ਲੁਕੋਈ ਜਾਣ, ਜਿਹਨੂੰ ਮਰਜ਼ੀ ਕੱਢੀ ਜਾਣ, ਤੇ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪੰਜਾਬ ਨੂੰ ਤਾਂ ਇਸ ਵਾਰੀ ਪੰਜਾਬ ਦਾ ਆਪਣਾ ਮਾਨ ਭਗਵੰਤ ਮਾਨ ਮਿਲਿਆ ਤੇ ਲੋਕ ਚਾਈ ਵੋਟਾਂ ਪਾਉਣ ਨੂੰ ਤਿਆਰ ਆ। ਅੱਛਾ, ਤੁਸੀਂ ਪਿਛਲੀ ਵਾਰ ਵੀ ਬੜੇ ਧਨਾੜ ਜੀਤ ਮਹਿੰਦਰ ਨੂੰ ਹਰਾਇਆ ਸੀਗਾ, ਕਹਿੰਦੇ ਉਹਨਾਂ ਕੋਲ ਤਾਂ ਪ੍ਰੋਪਰਟੀ ਕਿੰਨੀ ਹੈ ਆਪ ਜੇ ਆਪ ਨੂੰ ਹਿਸਾਬ ਨਹੀਂ ਹੋਣਾ। ਪਰ ਐਤਕੀ ਨਾ ਲੋਕਾਂ ਕੋਲੇ ਅਸੀਂ ਜਾ ਕੇ ਤਲਵੰਡੀ ਸਾਬੋ ਦੇ ਵਿੱਚ ਲੋਕ ਕਹਿੰਦੇ
ਅਸੀਂ ਬਲਜਿੰਦਰ ਕੌਰ ਨੂੰ ਵੋਟਾਂ ਪਾ ਦਿਆਂਗੇ। ਕਹਿੰਦੇ ਪਰ ਪਾਵਾਂਗੇ ਭਗਵੰਤ ਮਾਨ ਦੇ ਮੂੰਹ ਨੂੰ। ਬਲਜਿੰਦਰ ਕੌਰ ਸਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਘੱਟ ਆਈ। ਜਿਵੇਂ ਤੁਹਾਡੇ ਕੋਲੀਗਸ ਦੀ ਗੱਲ ਕਰੀਏ, ਕੁਲਤਾਰ ਸੰਧਵਾ ਹੋਰਾਂ ਦੀ ਜਾਂ ਹੋਰ ਲੀਡਰਾਂ ਦੀ ਗੱਲ ਕਰੀਏ, ਉਹ ਕਹਿੰਦੇ ਉਹ ਪਿੰਡਾਂ ਦੇ ਵਿੱਚ ਵਿਚਰੇ ਨੇ। ਬਲਜਿੰਦਰ ਕੌਰ ਜਿੱਤ ਕੇ ਚਾਹੇ ਸਰਕਾਰ ਨਹੀਂ ਸੀ ਪਰ ਸਾਡੇ ਨਾਲ ਆ ਕੇ ਖੜ ਹੀ ਜਾਂਦੀ, ਇੰਨਾ ਹੀ ਬਹੁਤ ਸੀ। ਵੋਟਾਂ ਪਾਵਾਂਗੇ ਪਰ ਭਗਵੰਤ ਮਾਨ ਦੇ ਮੂੰਹ ਨੂੰ ਪਾਵਾਂਗੇ। 5 ਸਾਲਾਂ 'ਚ ਬਲਜਿੰਦਰ ਕੌਰ ਨੇ ਕੋਈ ਨਸ਼ਾ ਨਹੀਂ ਵਿਕਾਇਆ। 5 ਸਾਲਾਂ 'ਚ ਬਲਜਿੰਦਰ ਕੌਰ ਨੇ ਕੋਈ ਕਿਸੇ ਤੇ ਪਰਚਾ ਨਹੀਂ ਕਰਾਇਆ। 5 ਸਾਲਾਂ 'ਚ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਿਆ। ਸੋ ਜਿੰਨੀ ਇੱਜ਼ਤ ਕਿਸੇ ਨੂੰ ਦਿੱਤੀ ਗਈ ਹੈ ਉਸ ਤੋਂ ਵੱਧ ਦਿੱਤੀ ਹੈ। ਤੇ ਜਦੋਂ ਕੁਝ ਬੋਲਣ ਨੂੰ ਹੈ ਹੀ ਨਹੀਂ ਸੀ ਵਿਰੋਧੀਆਂ ਕੋਲੇ, ਤੇ ਇਹੋ ਜਿਹੀ ਗੱਲ ਮੈਨੂਪਲੇਟ ਕਰਕੇ ਪਿੰਡਾਂ 'ਚ ਪ੍ਰੈਜ਼ੈਂਟ ਕਰਤੀ ਕਿ ਬਲਜਿੰਦਰ ਕੌਰ ਆਈ ਨਹੀਂ। ਤਾਂ ਮੈਂ ਇੱਕ ਗੱਲ, ਆਪਣੇ ਵਰਕਰ ਕਹਿ ਰਹੇ ਆ, ਕਹਿੰਦੇ ਅਸੀਂ ਵੋਟਾਂ ਪਾਵਾਂਗੇ ਪਰ ਮੈਡਮ ਨੂੰ ਨਹੀਂ ਆਏ। ਮੇਰੇ ਵਰਕਰ ਨਹੀਂ ਕਹਿੰਦੇ ਇਹ ਚੀਜ਼ਾਂ। ਮੇਰੇ ਵਰਕਰਾਂ ਨੂੰ ਤਾਂ ਵਿਚਾਰੇ ਉਹ ਸਾਰੇ ਜਿਹੜੇ ਆ, ਪਾਰਟੀ ਨਵੀਂ ਸੀ, ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਸਾਰੇ ਜਿਹੜੇ ਉਹ ਨਵੇਂ ਸੀ, ਉਹਨਾਂ ਨੂੰ ਤਾਂ ਇਸ ਤਰੀਕੇ ਨਾਲ ਦਿਮਾਗ ਦੇ ਵਿੱਚ ਗੱਲਾਂ ਇਹ ਪਾ ਦਿੱਤੀਆਂ ਗਈਆਂ ਵੀ ਉਹ ਤਾਂ ਆਏ ਨਹੀਂ। ਪਰ ਹਾਂ ਇੱਕ ਗੱਲ ਮੈਂ ਕਹਿ ਸਕਦੀ ਹਾਂ ਕਿ ਇੱਕ ਫੀਮੇਲ ਹੋਣ ਦੇ ਨਾਤੇ ਵੀ 5 ਸਾਲਾਂ 'ਚ ਮੇਰੀ ਹਾਜ਼ਰੀ ਉਹਨਾਂ ਮੇਲ ਮੈਂਬਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਰਹੀ ਆ, ਜਿਹੜੀ ਅੱਜ ਤੱਕ ਕਦੇ ਕੋਈ ਲਾ ਨਹੀਂ ਸਕਦਾ ਇੰਨੀ ਪ੍ਰੈਜ਼ੈਂਸ। ਮੈਂ ਕਦੇ ਪਰਵਾਹ ਨਹੀਂ ਕੀਤੀ। ਮੇਰੇ ਜੁੱਤੀ ਪਾਈ ਆ, ਚੱਪਲ ਪਾਈ ਆ। ਮੰਡੀਆਂ ਦੇ ਵਿੱਚ ਜਦੋਂ ਬਰਸਾਤੀ ਮੌਸਮਾਂ 'ਚ ਪਾਣੀ ਭਰ ਜਾਂਦਾ ਨਾ, ਤਾਂ ਸਾਰੀਆਂ ਮੰਡੀਆਂ ਨੂੰ ਪੈਦਲ ਤੁਰ ਕੇ ਡੋਰ ਟੂ ਡੋਰ ਕੀਤਾ ਆ। ਤੇ ਤਲਵੰਡੀ ਸਾਬੋ ਦਾ ਇੱਕੋ ਹੀ MLA ਹੋਇਆ ਹੋਊਗਾ ਜਿਹਨੇ ਆਪਦੇ ਹਲਕੇ ਨੂੰ ਡੋਰ ਟੂ ਡੋਰ ਕੀਤਾ, ਜਿਹੜਾ ਪੈਦਲ ਲੋਕਾਂ 'ਚ ਤੁਰ ਕੇ ਜਾਂਦਾ ਆ। ਸੋ ਅੱਜ ਮੈਂ ਕਹਿ ਸਕਦੀ ਹਾਂ, ਆ ਜਿਹੜੇ ਵੱਡੇ ਵੱਡੇ ਸਾਰੇ ਦੂਜੀਆਂ ਪਾਰਟੀਆਂ ਵਾਲੇ ਜਹਾਜ਼ਾਂ ਤੇ ਉੜਦੇ ਸੀ ਨਾ, ਜੇ ਜਹਾਜ਼ਾਂ ਤੋਂ ਥੱਲੇ ਇਹਨਾਂ ਨੂੰ ਕਿਸੇ ਨੇ ਲਾਉਣ ਲਾਇਆ, ਜੇ ਲੋਕਾਂ 'ਚ ਇਹਨਾਂ ਨੂੰ ਕਿਸੇ ਨੇ ਆਉਣ ਲਾਇਆ, ਤਾਂ ਆਮ ਆਦਮੀ ਪਾਰਟੀ ਨੇ ਆਉਣ ਲਾਇਆ ਆ। ਸੋ ਇਹ ਨਹੀਂ ਗੱਲ ਹੈਗੀ। ਇਹ ਤਾਂ ਠੀਕ ਆ, ਵਿਰੋਧੀਆਂ ਕੋਲ ਕੋਈ ਪੁਆਇੰਟ ਹੈ ਨਹੀਂ ਸੀ ਕਿ ਜਿਹੜਾ ਉਹਨਾਂ ਨੇ ਬਣਾ ਕੇ ਇੱਥੇ ਜਿਹੜਾ ਪ੍ਰੈਜ਼ੈਂਟ ਕਰ ਦਿੱਤਾ। ਬਾਕੀ ਰਹੀ ਗੱਲ, ਦੇਖੋ ਕਿਸੇ ਵੀ ਲੀਡਰ ਦੀ ਪਹਿਚਾਣ ਉਹਦੀ ਪਾਰਟੀ ਨਾਲ ਹੁੰਦੀ ਆ, ਠੀਕ ਆ, ਪਾਰਟੀ ਨਾਲ ਹੋਂਦ ਹੁੰਦੀ ਆ। ਤੇ ਜੇ ਅੱਜ ਬਲਜਿੰਦਰ ਕੌਰ ਦਾ ਵਜੂਦ ਆ ਤਾਂ ਆਮ ਆਦਮੀ ਪਾਰਟੀ ਕਰਕੇ ਆ। ਸੋ ਓਬਵੀਅਸ ਜੀ ਗੱਲ ਆ, ਵੋਟਾਂ ਪਾਰਟੀ ਨੂੰ ਪੈਂਦੀਆਂ ਹੁੰਦੀਆਂ ਨੇ, ਵੋਟਾਂ ਕਿਸੇ ਇੰਡੀਵਿਜੂਅਲ ਨੂੰ ਨਹੀਂ ਪੈਂਦੀਆਂ ਹੁੰਦੀਆਂ। ਜਿਵੇਂ ਕਹਾਂ ਕਿ ਵੋਟਾਂ ਮੈਨੂੰ ਪੈਣਗੀਆਂ, ਇਹ ਨਹੀਂ ਹੁੰਦਾ ਕਦੀ ਵੀ। ਭਗਵੰਤ ਮਾਨ ਦੇ ਮੂੰਹ ਨੂੰ ਵੀ ਤੁਹਾਨੂੰ ਵੋਟਾਂ ਪਾਉਣ ਜੇ ਸੱਚਮੁੱਚ ਲੱਗੇ ਤਾਂ ਤੁਹਾਨੂੰ ਕੋਈ ਦਿੱਕਤ? ਸਾਡੇ ਪੰਜਾਬ ਦੇ ਪ੍ਰਧਾਨ ਨੇ, ਸਾਡਾ ਪੰਜਾਬ ਦਾ ਮਾਣ ਆ, ਤੇ ਬਿਲਕੁਲ ਪੰਜਾਬ ਅੱਜ ਉਹਨਾਂ ਨੂੰ ਵੋਟ ਦੇ ਰਿਹਾ। 93% ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਆ। ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ 93% ਲੋਕਾਂ ਦੀ ਲਾਈਕਿੰਗ ਆਈ ਹੈ ਕਿ ਤੁਹਾਨੂੰ ਅਸੀਂ CM ਬਣਾ ਰਹੇ ਹਾਂ। ਅੱਛਾ, ਤੁਸੀਂ ਜੀਵਨ ਸਿੰਘ ਵਾਲਾ ਪਿੰਡ ਦੇ ਵਿੱਚੋਂ ਅਸੀਂ ਨਿਕਲੇ ਹਾਂ, ਉੱਥੇ ਬੜਾ ਇਕੱਠ ਸੀ, ਬਹੁਤ ਭਾਰਾ, ਤੁਹਾਡੇ ਹੱਕ ਦੇ ਵਿੱਚ ਕਿੰਨੇ ਨਾਅਰੇ ਲੱਗ ਰਹੇ ਸੀ। ਤਾਂ ਉੱਥੇ ਲੋਕਾਂ ਨਾਲ ਅਸੀਂ ਗੱਲ ਕੀਤੀ ਤੁਹਾਡੇ ਆਉਣ ਤੋਂ ਪਹਿਲਾਂ। ਲੋਕ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਚਿੱਟਾ ਬਹੁਤ ਹੋ ਗਿਆ ਘਰ ਘਰ। ਕਿਸੇ ਨੇ ਐ ਨਹੀਂ ਕਿਹਾ ਵੀ ਆਮ ਆਦਮੀ ਪਾਰਟੀ ਨੇ ਵਿਕਾਇਆ ਜਾਂ ਕੁਛ ਇੱਦਾਂ ਦਾ ਕੀਤਾ। ਉਹ ਕਹਿੰਦੇ ਵੀ ਅਕਾਲੀ ਦਲ ਤੇ ਕਾਂਗਰਸ ਨੇ ਸ਼ੁਰੂ ਕੀਤਾ, ਪਰ ਆਮ ਆਦਮੀ ਪਾਰਟੀ ਜਿਹੜਾ MLA ਹੁੰਦਾ ਉਹਦੇ ਕੋਲ ਇੰਨੀ ਕੁ ਪਾਵਰ ਹੁੰਦੀ ਹੈ ਵੀ ਡਾਂਗ ਲੈ ਕੇ ਸਾਡੇ ਇਲਾਕੇ 'ਚ ਬੈਠ ਹੀ ਜਾਂਦਾ ਜਾਂ ਕੁਛ ਕਰ ਲੈਂਦਾ। ਕਹਿੰਦੇ ਬਲਜਿੰਦਰ ਕੌਰ ਨੇ ਚਿੱਟੇ ਦੇ ਖਿਲਾਫ ਲੜਾਈ ਨਹੀਂ ਲੜੀ, ਕਿਉਂਕਿ ਇਹ ਮੁੱਦਾ ਬਹੁਤ ਵੱਡਾ, ਕਿਉਂਕਿ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਸਹੁੰ ਪਾ ਕੇ ਜਿੱਤ ਗਏ ਸੀ। ਲੋਕਾਂ ਮਾਵਾਂ ਨੂੰ ਐਂ ਲੱਗਿਆ ਵੀ ਚਲੋ ਚਿੱਟਾ ਖਤਮ ਕਰ ਦੂਗਾ, ਸਾਡੇ ਪੁੱਤ ਬਚ ਜਾਣਗੇ। ਚਿੱਟਾ ਬਹੁਤ ਵੱਡਾ ਮਸਲਾ। ਬਿਲਕੁਲ ਬਹੁਤ ਵੱਡਾ ਮਸਲਾ ਪੰਜਾਬ ਦਾ ਇਹ ਚਿੱਟਾ। ਤੇ ਅੱਜ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਜਿੱਥੇ ਇਹੀ ਸੁਨੇਹਾ ਹੁੰਦਾ ਕਿ ਪੰਜਾਬ 'ਚੋਂ, ਪਿੰਡਾਂ 'ਚੋਂ ਜਿਹੜਾ ਨਸ਼ਾ ਜੀ ਉਹਨੂੰ ਖਤਮ ਕਰ ਦਿਓ, ਤੁਹਾਡੀ ਸਰਕਾਰ ਬਣਨ ਜਾ ਰਹੀ ਹੈ। ਸੋ ਅੱਜ ਘਰਾਂ ਦੇ ਘਰ ਜਿਹੜੇ ਆ ਖਾਲੀ ਹੋ ਗਏ ਨੇ। ਤੇ ਇਹਦੇ 'ਚ ਮੈਂ ਦੇਖੋ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜਦੋਂ MLA ਦੀ ਸਰਕਾਰ ਨਹੀਂ ਹੁੰਦੀ ਤਾਂ ਉਸ MLA ਨੂੰ ਕੋਈ ਪੁੱਛਦਾ ਨਹੀਂ ਹੁੰਦਾ। ਪੰਜਾਬ 'ਚ ਕਿੱਥੇ ਫੰਡਸ ਦਿੱਤੇ, ਕਿੱਥੇ ਗ੍ਰਾਂਟਾਂ ਦਿੱਤੀਆਂ, ਤਲਵੰਡੀ ਸਾਬੋ 'ਚ ਕਿੱਥੇ ਪੈਸਾ ਲਾਇਆ ਸਰਕਾਰ ਨੇ, ਇਹ MLA ਨੂੰ ਨਹੀਂ ਪਤਾ ਹੁੰਦਾ। ਬਹੁਤ ਗਲਤ ਤਰੀਕਾ ਹੈ ਸਰਕਾਰ ਦਾ ਵੀ, ਚਾਹੇ MLA ਹਾਰਿਆ ਹੋਵੇ ਜਿੱਤਿਆ ਹੋਵੇ, ਪੁੱਛਣਾ ਬਹੁਤ ਜ਼ਰੂਰੀ ਹੈ। ਐਗਜ਼ੈਕਟਲੀ। ਤੇ ਇੱਕ ਗੱਲ ਇਹਦੇ ਨਾਲ ਹੋਰ ਆ, ਜਦੋਂ ਸਰਕਾਰ ਨਹੀਂ ਹੁੰਦੀ, ਥਾਣਿਆਂ 'ਚ, ਕਚਹਿਰੀਆਂ 'ਚ, ਦਫ਼ਤਰਾਂ 'ਚ ਜਿਹੜੇ ਵੀ ਮੁਲਾਜ਼ਮ ਭਰਤੀ ਹੁੰਦੇ ਆ ਸਰਕਾਰ ਦੇ ਰਿਸ਼ਤੇਦਾਰ ਹੁੰਦੇ ਆ। ਫਿਰ ਉਹ ਸਰਕਾਰ ਦੇ ਕਹਿਣ 'ਤੇ ਕੰਮ ਕਰਦੇ ਹੁੰਦੇ ਆ, ਨਾ ਕਿ ਵਿਰੋਧੀ ਧਿਰ ਦੇ MLA। ਤੇ ਵਿਰੋਧੀ ਧਿਰ ਦਾ MLA ਤਾਂ ਜਿੰਨੇ ਮਰਜ਼ੀ ਧਰਨੇ ਲਾਈ ਜਾਵੇ, ਜਿੰਨਾ ਮਰਜ਼ੀ ਕਰੀ ਜਾਵੇ, ਸਰਕਾਰ ਨੇ ਤਾਂ ਜੋ ਕੰਮ ਕਰਨਾ ਉਹਨਾਂ ਨੇ ਉਹੀ ਕਰਨਾ ਹੁੰਦਾ ਆ। ਸੋ 5 ਸਾਲ ਮੇਰੇ ਲਈ ਐਸੇ ਸੀ ਜਿੱਥੇ ਮੇਰੀ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੇਰੀ ਸਰਕਾਰ ਇੱਕ ਵੀ ਗੱਲ ਨੂੰ ਜਿਹਦੇ ਅਸਰ ਨਹੀਂ ਕਰਦੀ ਸੀ। ਸੋ ਲੋਕਾਂ ਦਾ ਬਿਲਕੁਲ ਕਹਿਣਾ ਜਿਹੜਾ ਉਹ ਠੀਕ ਆ, ਉਹਨਾਂ ਨੂੰ ਉਹ ਆਪਣੀ ਥਾਂ 'ਤੇ ਸਹੀ ਨੇ। ਉਹਨਾਂ ਨੇ ਮੈਨੂੰ ਵੋਟ ਦਿੱਤਾ ਸੀਗਾ, ਮੈਨੂੰ ਚੁਣਿਆ ਸੀ। ਪਰ ਜਿਹੜਾ ਸਿਸਟਮ ਆ ਕਿ ਪੰਜਾਬ ਦਾ ਪੋਲੀਟਿਕਸ ਦਾ ਸਿਸਟਮ ਇੰਨਾ ਗੰਦਲਾ ਆ ਕਿ ਜੇ MLA ਜਿੱਤ ਗਿਆ, MLA ਦੀ ਸਰਕਾਰ ਨਹੀਂ, ਤਾਂ MLA ਨੂੰ ਕੋਈ ਨਹੀਂ ਪੁੱਛਦਾ। ਸੋ 5 ਸਾਲ ਮੇਰੇ ਲਈ ਉਹ ਬਹੁਤ ਔਖੇ ਸੀ। ਸੋ ਸਰਕਾਰ ਆਉਣ ਦਿਓ। ਪੰਜਾਬ ਜਿਹੜੀਆਂ ਇੱਛਾਵਾਂ ਨੂੰ ਲੈ ਕੇ ਅੱਜ ਸਰਕਾਰ ਬਣਾਉਣ ਲਈ ਉਤਾਵਲਾ ਆ, ਤੇ ਆਮ ਆਦਮੀ ਪਾਰਟੀ ਉਹਨਾਂ ਦੇ ਅੱਗੇ ਡਟ ਕੇ ਖੜੀ ਹੋਊਗੀ। ਅੱਛਾ, ਇੱਕ ਰਿਫਾਈਨਰੀ ਨੂੰ ਲੈ ਕੇ ਵੀ ਬੜਾ ਸਵਾਲ ਚੱਕਦੇ ਨੇ। ਕਹਿੰਦੇ ਬੀਬੀ ਜੀ ਦੇ ਭਰਾ ਨੇ ਜਿਹੜੇ, ਉਹਨਾਂ ਨੇ ਉੱਥੇ ਕੋਈ ਰਿਫਾਈਨਰੀ ਦੇ ਵਿੱਚ ਗੁੰਡਾਗਰਦੀ ਵਰਡ ਵੀ ਯੂਜ਼ ਕਰਦੇ ਨੇ, ਕਹਿੰਦੇ ਪੈਸੇ ਲਏ, ਕੁਝ ਐਸੀਆਂ ਗੱਲਾਂ ਤੇ ਕਰਕੇ ਵੀ ਵਿਰੋਧੀ ਥੋੜ੍ਹੇ 'ਤੇ ਇਲਜ਼ਾਮ ਲਾਉਂਦੇ। ਬੜੇ ਵਾਰੀ ਇਹ ਸਵਾਲ ਮੇਰੇ ਕੋਲ ਆਏ ਆ, ਤੇ ਵਧੀਆ ਕੀਤਾ ਤੁਸੀਂ ਵੀ ਮੈਨੂੰ ਇਹ ਸਵਾਲ ਕਰ ਦਿੱਤਾ, ਹੈ ਨਾ। ਤੇ ਜੇ ਸਰਕਾਰ ਨੂੰ ਇਹ ਲੱਗਦਾ ਸੀਗਾ
ਭਰਾ ਤਾਂ ਛੱਡੋ, ਭਰਾ ਤਾਂ ਦੂਜੀ ਗੱਲ ਰਹਿ ਗਈ। ਉਹ ਵੀ ਜਦੋਂ ਐਮਐਲਏ ਦੀ ਸਰਕਾਰ ਨਾ ਹੋਵੇ, ਐਮਐਲਏ ਦੀ ਗੱਲ ਕਰੋ। ਜੇ ਐਮਐਲਏ ਦੀ ਕਿਸੇ ਭਰਾ ਦੀ, ਕਿਸੇ ਪਰਿਵਾਰਕ ਮੈਂਬਰ ਦੀ, ਜੇ ਕਿਸੇ ਦੀ ਗੁੰਡਾਗਰਦੀ ਸੀਗੀ, ਗੁੰਡਾ ਟੈਕਸ ਲੈਂਦਾ ਸੀ, ਤਾਂ ਸਰਕਾਰ ਇਹਨਾਂ ਦੀ ਸੀ ਫੜ ਕੇ ਅੰਦਰ ਬੰਦ ਕਰ ਦਿੰਦੇ। ਕਿਉਂ ਛੱਡਿਆ ਉਹਨੂੰ? ਨਹੀਂ ਛੱਡਣਾ ਚਾਹੀਦਾ ਸੀਗਾ। ਸੋ ਇਹ ਸਰਾਸਰ ਝੂਠੀਆਂ ਗੱਲਾਂ ਨੇ, ਕਿਉਂਕਿ ਜਦੋਂ ਕਹਿੰਦੇ ਹੁੰਦੇ ਆ 100 ਹੱਥ ਰੱਸੀ ਤੇ ਸਿਰੇ ਤੇ ਗੰਢ, ਜਦੋਂ ਪਤਾ ਲੱਗਦਾ ਵੀ ਸਾਡੇ ਕੋਲੇ ਹੋਰ ਤਾਂ ਕੁਝ ਬੋਲਣ ਨੂੰ ਹੈ ਨਹੀਂ, ਫਿਰ ਕਹਿ ਦਿੰਦੇ ਆ ਜੀ ਰਿਫਾਈਨਰੀ 'ਚ ਗੁੰਡਾ ਟੈਕਸ ਆ, ਫਲਾਣੇ। ਤਾਂ ਇਹਨਾਂ ਨੂੰ ਇਹ ਲੱਗਦਾ ਆ ਕਿ ਜੇ 75 ਸਾਲਾਂ 'ਚ ਗੁੰਡਾ ਟੈਕਸ ਲੈ ਲੈ ਕੇ ਪਾਰਟੀਆਂ ਆਪ ਵੱਡੀਆਂ ਹੋ ਗਈਆਂ, ਤਾਂ ਦੂਜੇ ਵੀ ਉਹੀ ਗੁੰਡਾ ਟੈਕਸ ਤੇ ਪਲਦੇ ਆ। ਸੋ ਅਸੀਂ, ਇਹ ਮੇਰਾ ਪਰਿਵਾਰ ਆ ਬੇਸਿਕਲੀ, ਤਲਵੰਡੀ ਸਾਬੋ ਹਲਕਾ। ਇੱਥੋਂ ਦੇ ਲੋਕ ਮੇਰੇ ਆਪਣੇ ਬਜ਼ੁਰਗ ਨੇ, ਮੇਰਾ ਆਪਣਾ ਪਰਿਵਾਰ ਆ। ਇੱਥੋਂ ਦੀ ਮੈਂ ਜੰਮ ਪਹਿਲਾਂ, ਤਾਂ ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਆ। ਸੋ ਮੈਂ ਕੋਈ ਗੁੰਡਾ ਟੈਕਸ ਲੈ ਕੇ ਇਹ ਨਹੀਂ ਆ ਕਿ ਮੈਂ ਇੱਥੋਂ ਚਲੇ ਜਾਣਾ ਆ। ਇਹ ਜਿਹੜੇ ਆਉਂਦੇ ਆ ਪਾਰਟੀਆਂ ਵਾਲੇ, ਇੱਥੋਂ ਇਲੈਕਸ਼ਨਾਂ ਲੜਦੇ ਆ, ਤੇ ਪਤਾ ਨਹੀਂ ਹੁੰਦਾ ਇਹਨਾਂ ਨੇ ਕਿੱਥੇ ਜਾਣਾ ਆ। ਅੱਛਾ, ਤੁਸੀਂ ਜਿਹੜੇ ਇਲਾਕੇ 'ਚੋਂ ਲੜਦੇ ਹੋ, ਉੱਥੇ ਤਾਂ ਬੜੇ ਲੋਕ ਜਜ਼ਬਾਤੀ, ਇਹਨਾਂ ਦੀ ਭਾਸ਼ਾ ਵੀ ਵਗ ਜਾ ਉੱਡ ਜਾ ਲੈਟ ਭੱਜ ਗਈ। ਤੁਸੀਂ ਲੱਗਦਾ ਆ ਕਰਨ ਲੱਗੇ ਮਾਝੇ ਵਾਲੇ ਪਾਸੇ, ਸਹੁਰਿਆਂ ਵਾਲੇ ਪਾਸੇ ਵਾਲੀ ਬੋਲੀ ਬੋਲਣ ਲੱਗ ਗਏ ਕਿਤੇ ਇੱਥੇ ਤਾਂ ਲੋਕਾਂ ਨੂੰ ਆਪਦੀ ਭਾਸ਼ਾ ਦੇ ਨਾਲ ਟੈਕਲ ਕਰ ਲੋਗੇ ਨਾ ਜਿੱਤੇ ਤਾਂ? ਇਹ ਨਹੀਂ ਗੁਰਪਾਲ ਜੀ, ਇਹ ਗੱਲਾਂ ਦਾ ਦੇਖੋ ਮਤਲਬ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ, ਠੀਕ ਹੈ ਨਾ। ਜਦੋਂ ਮੇਰੀ ਜਿਹੜੀ ਐਜੂਕੇਸ਼ਨ ਆ, ਉਹ ਸਾਰੀ ਜਿਹੜੀ ਦੁਆਬੇ ਦੀ ਆ, ਜਲੰਧਰ ਸ਼ਹਿਰ ਦੀ ਆ, ਠੀਕ ਹੈ। ਠੀਕ ਆ, ਬੋਲੀ ਮਿਕਸ ਹੋ ਜਾਂਦੀ ਆ, ਕਿਉਂਕਿ ਮਾਲਵਾ, ਮਾਝਾ ਅਤੇ ਦੁਆਬਾ ਉਹਦੇ 'ਚ ਮਿਕਸ ਆ। ਪਰ ਜਿਹੜਾ ਤੁਹਾਡਾ ਵਜੂਦ ਆ, ਜਿਹੜਾ ਤੁਹਾਡਾ ਖੂਨ ਆ, ਉਹ ਤਾਂ ਮਾਲਵੇ ਦਾ ਹੀ ਰਹੂਗਾ, ਹੈ ਨਾ। ਸੋ ਉਹ ਨਹੀਂ ਬਦਲਿਆ ਜਾ ਸਕਦਾ। ਲੋਕਾਂ ਦੀ ਬੋਲੀ ਭੁੱਲ ਕੇ ਕਿੱਥੇ ਜਾਣਾ, ਇਹ ਨਹੀਂ ਹੁੰਦਾ ਕਦੀ ਵੀ, ਠੀਕ ਆ। ਉਹਦੇ 'ਚ ਮਾੜਾ ਮੋਟਾ ਜਿਹੜਾ ਉੱਪਰ ਨੀਚੇ ਹੁੰਦਾ ਰਹਿੰਦਾ। ਅੱਛਾ, ਸਰਕਾਰ ਕਹਿੰਦੇ, ਬਹੁਤ ਸਾਰੇ ਲੋਕ ਕਹਿੰਦੇ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਪੱਕੀ ਹੋ ਗਈ। ਜੇ ਸਰਕਾਰ ਪੱਕੀ ਹੈ ਤਾਂ ਕਹਿੰਦੇ ਬੀਬੀ ਬਲਜਿੰਦਰ ਕੌਰ ਮੰਤਰੀ ਵੀ ਪੱਕੇ ਨੇ, ਤਾਂ ਫਿਰ ਤਲਵੰਡੀ ਸਾਬੋ ਨੂੰ ਸਭ ਤੋਂ ਪਹਿਲਾਂ ਕਿਹੜਾ ਗਿਫਟ ਦੇਣ ਦੀ ਸੋਚਿਆ ਤੁਸੀਂ? ਵੀ ਤਲਵੰਡੀ ਸਾਬੋ 'ਚ ਆਹ ਚੀਜ਼ ਬਹੁਤ ਲੈਕ ਕਰਦੇ, ਲੋਕਾਂ ਨੇ ਤੁਹਾਨੂੰ ਕਿਹਾ ਹੋਣਾ, ਅਤੇ ਤੁਸੀਂ ਆਪਦੀ ਮਜਬੂਰੀ ਜਿਹੜੀ ਸੱਚੀ ਵੀ ਹੈ ਉਹ ਦੱਸੀ ਹੋਣੀ ਹੈ ਕਿ ਸਾਡੀ ਸਰਕਾਰ ਨਹੀਂ ਹੈ। ਅਤੇ ਇੱਕ ਹੋਰ, ਜੇ ਤੁਹਾਡਾ ਆਪਣਾ ਪਸੰਦੀਦਾ ਵੀ ਮਹਿਕਮਾ ਦੱਸੋ ਦਾ ਕਿਹੜਾ ਹੋਊਗਾ ਮੰਤਰੀ ਲਈ? ਮੇਰਾ ਦੇਖੋ, ਮੈਂ ਤਾਂ ਕੰਮ ਕਰਨਾ ਜੀ। ਮੈਨੂੰ ਤਾਂ ਪਾਰਟੀ ਜਿੱਥੇ ਮਰਜ਼ੀ ਖੜੇ ਕਰਦੇ, ਅਤੇ ਮੈਂ ਉੱਥੇ ਖੜੀ ਹਾਂ ਜਿੱਥੇ ਪਾਰਟੀ ਨੇ ਮੈਨੂੰ ਖੜਾ ਕੀਤਾ ਸੀ। ਬਾਈ ਇਲੈਕਸ਼ਨ ਲੜਾ ਕੇ 2014 ਤੋਂ ਲੈ ਕੇ ਪਾਰਟੀ 'ਚ ਬੜੇ ਉਤਰਾਅ ਚੜ੍ਹਾਅ ਆਏ। ਬਹੁਤ ਸਾਰੇ ਸਾਥੀ ਪਾਰਟੀ ਨੂੰ ਛੱਡ ਕੇ ਚਲੇ ਗਏ, ਠੀਕ ਹੈ ਨਾ। ਪਰ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਾਰਟੀ ਟੁੱਟ ਜੇ, ਪਾਰਟੀ ਖਤਮ ਹੋ ਜੇ, ਪਰ ਜਿੱਥੇ ਲੋਕਾਂ ਨੇ ਮੈਨੂੰ ਖੜੇ ਕੀਤਾ ਸੀ, ਮੈਂ ਅੱਜ ਵੀ ਉੱਥੇ ਹਾਂ। ਸੋ ਪਾਰਟੀ ਕਿਹੜੇ ਕੰਮ ਲਾਉਂਦੀ ਹੈ, ਕੀ ਕੰਮ ਮੈਨੂੰ ਦਿੰਦੀ ਹੈ, ਇਹ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ। ਜੋ ਦੇਣਗੇ ਉਹ ਸਾਰਾ ਸਿਰ ਮੱਥੇ ਪ੍ਰਵਾਨਗਾ, ਸਭ ਪ੍ਰਵਾਨਾ। ਜੋ ਸਾਬੋ ਲਈ ਕੀ ਵੱਡੀ ਚੀਜ਼ ਹੈ ਜਿਹੜੀ ਤੁਸੀਂ ਕਹੋਗੇ ਵੀ ਹਾਂ ਇਹ ਲੈ ਕੇ ਆਉਂਗੇ? ਤਲਵੰਡੀ ਸਾਬੋ 'ਚ ਕੋਈ ਹਸਪਤਾਲ ਹੀ ਹੈ ਨਹੀਂ। 60 ਪਿੰਡਾਂ ਨੂੰ ਇੱਕ ਸਰਕਾਰੀ ਸਿਵਲ ਹਸਪੀਟਲ ਪੈਂਦਾ, ਜਿੱਥੇ ਕੋਈ ਡਾਕਟਰ ਨਹੀਂ ਅਤੇ ਜਿੱਥੇ ਕੋਈ ਪ੍ਰਬੰਧ ਨਹੀਂ ਹੈਗੇ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਇੱਥੇ ਕਿ ਲੋਕਾਂ ਦੇ ਇਲਾਜ ਹੋਣ, ਦਵਾਈਆਂ ਹੋਣ, ਉਹਨਾਂ ਦੇ ਲਈ ਕੋਈ, ਉਹਨਾਂ ਦੀ ਸਿਹਤ ਦੇ ਲਈ ਪ੍ਰਬੰਧ ਹੋਵੇ। ਸੋ ਸਕੂਲ ਨਹੀਂ ਹੈਗੇ ਤਲਵੰਡੀ ਸਾਬੋ ਹਲਕੇ। ਜੇ ਸਕੂਲ ਆ ਤਾਂ ਟੀਚਰ ਨਹੀਂ, ਜੇ ਟੀਚਰ ਆ ਤਾਂ ਅਧਿਆਪਕ ਨਹੀਂ, ਜੇ ਦੋਨੇ ਆ ਤਾਂ ਫਿਰ ਬਿਲਡਿੰਗ ਹੈ ਨਹੀਂ। ਸੋ ਇਹੀ ਲੋਕਾਂ ਦੀਆਂ ਲੋੜਾਂ ਨੇ ਜਿਨ੍ਹਾਂ 'ਤੇ ਕੰਮ ਕਰਨ ਦੀ ਇਸ ਵੇਲੇ ਲੋੜ ਆ। ਤਲਵੰਡੀ ਸਾਬੋ ਦੇ ਵਿੱਚ ਤਾਂ ਵੈਸੇ ਐਜੂਕੇਸ਼ਨ ਨੂੰ ਲੈ ਕੇ ਤਾਂ ਬਹੁਤ ਵੱਡੇ ਅਦਾਰੇ ਹੈਗੇ ਨੇ, ਅਤੇ ਉਹਨਾਂ ਕਾਲਜਾਂ ਦੇ ਵਿੱਚ ਲੋਕ ਬਹੁਤ ਪੜ੍ਹਨ ਆਉਂਦੇ ਨੇ। ਉਹਨਾਂ ਬਾਹਰੋਂ ਜਦੋਂ ਕੋਈ ਆਉਂਦਾ ਤਾਂ ਉਹਨਾਂ ਨੂੰ ਕਈ ਵਾਰੀ ਸਹੂਲਤਾਂ ਨਹੀਂ ਇਹੋ ਜਿਹੀਆਂ ਮਿਲਦੀਆਂ, ਤਾਂ ਉਹ ਕਹਿ ਦਿੰਦੇ ਨੇ। ਹੁਣ ਜਿਵੇਂ ਜੀਤ ਮਹਿੰਦਰ ਸਿੱਧੂ ਵਾਰੀ ਇੱਥੇ ਬੜੇ ਧਨਾੜ ਆਏ, ਉਹਨਾਂ ਨੂੰ ਤੁਸੀਂ ਹਰਾਇਆ, ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ। ਅਤੇ ਇਹਨਾਂ ਲੋਕਾਂ ਦਾ ਇਸ ਟਾਈਮ ਬੀਬੀਆਂ ਨੂੰ ਜਦੋਂ ਤੁਸੀਂ ਜਾ ਕੇ ਮਿਲਦੇ ਹੋ, ਕੀ ਮੰਗ ਕਰਦੀਆਂ ਨੇ? ਨਸ਼ੇ ਨੂੰ ਲੈ ਕੇ ਮੰਗ ਕਰਦੀਆਂ ਨੇ? ਕਿਉਂਕਿ ਇੱਕ ਫੀਮੇਲ ਕੈਂਡੀਡੇਟ ਦਾ, ਅਤੇ ਖਾਸ ਕਰਕੇ ਤੁਹਾਡੀ ਇਹ ਖਾਸੀਅਤ ਜ਼ਰੂਰ ਹੈ ਵੀ ਤੁਸੀਂ ਜਿੱਥੇ ਵੀ ਮਿਲਦੇ ਹੋ ਬੀਬੀਆਂ ਨੂੰ ਜੱਫੀ ਪਾ ਕੇ ਮਿਲਦੇ ਹੋ, ਚਾਹੇ ਤੁਸੀਂ ਹਾਰੇ ਹੋ, ਜਿੱਤੇ ਹੋ। ਪਿਛਲੀ ਵਾਰੀ ਵੀ ਤੁਸੀਂ ਗਏ, ਇਹ ਤੁਹਾਡਾ ਅੰਦਾਜ਼ ਲੋਕਾਂ, ਔਰਤਾਂ ਨੂੰ ਬੜਾ ਪਸੰਦ ਆਉਂਦਾ। ਕਈ ਵਾਰੀ ਐਮਐਲਏ ਸੰਬੋਧਨ ਕਰ ਜਾਂਦਾ, ਮੂਹਰੇ ਬੰਦੇ ਖੜੇ ਰਹਿੰਦੇ, ਤੁਸੀਂ ਹਮੇਸ਼ਾ ਜਿੱਥੇ ਜਾਂਦੇ ਹੋ ਪਹਿਲਾਂ ਬੀਬੀਆਂ ਨੂੰ ਅੱਗੇ ਬੁਲਾਉਂਦੇ ਹੋ, ਤਾਂ ਬੀਬੀਆਂ ਨੂੰ ਇੰਪਰੈਸ ਕਰਨ ਦੇ ਵਿੱਚ ਜਾਂ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਰਹੇ ਹੋ? ਨਹੀਂ, ਉਹ ਇੰਪਰੈਸ ਕਰਨਾ ਨਹੀਂ ਆ ਉਹਦੇ 'ਚ ਕੋਈ ਵੀ। ਮੈਂ ਕੋਈ ਕਿਸੇ ਬੀਬੀਆਂ ਨੂੰ ਇੰਪਰੈਸ ਕਰਦੀ ਹਾਂ ਤਾਂ ਮੈਂ ਉਹਨਾਂ ਨੂੰ ਤਾਂ ਮਿਲਦੀ ਹਾਂ। ਅਸਲ 'ਚ ਇਹ ਜਿਹੜਾ ਬੇਸਿਕ ਸੁਭਾਅ ਦੀ ਗੱਲ ਹੁੰਦੀ ਹੈ, ਕਿਉਂਕਿ ਮੈਨੂੰ ਇਹ ਪਤਾ ਕਿ ਪੰਜਾਬ ਦੀ ਉਸ ਕੁੜੀ ਨੇ, ਉਸ ਔਰਤ ਨੇ ਅਤੇ ਉਸ ਮਾਂ ਨੇ ਬਹੁਤ ਦਰਦ ਹੰਢਾਇਆ, ਠੀਕ ਹੈ ਨਾ। ਸੋ ਪਹਿਲੀ ਵਾਰੀ ਉਹਨਾਂ ਲਈ ਵੀ ਮੌਕਾ ਆ ਰਿਹਾ, ਤਾਂ ਮੈਨੂੰ ਵੀ ਲੱਗਦਾ ਹੁੰਦਾ ਕਿ ਉਹਨਾਂ ਲਈ ਇੱਕ ਜਿਹੜਾ ਸਭ ਤੋਂ ਉਹਨਾਂ ਨੂੰ ਵੀ ਚੰਗਾ ਲੱਗਦਾ ਕਿ ਜਦੋਂ ਇੱਕ ਕਿਸੇ ਫੀਮੇਲ ਪੋਲੀਟੀਸ਼ੀਅਨ ਦੇ ਨਾਲ ਜਾਂ ਫੀਮੇਲ ਕੁੜੀ ਦੇ ਨਾਲ, ਫੀਮੇਲ ਐਮਐਲਏ ਦੇ ਨਾਲ ਉਹ ਗੱਲ ਕਰਦੀਆਂ ਨੇ, ਉਹਨਾਂ ਨੂੰ ਵੀ ਚੰਗਾ ਲੱਗਦਾ। ਸ਼ਾਇਦ ਉਹ ਖੁੱਲ੍ਹ ਕੇ ਗੱਲ ਕਰ ਪਾਉਂਦੀਆਂ ਨੇ, ਹੈ ਨਾ। ਸੋ ਆਪਣੇ ਆਪ ਦੇ ਵਿੱਚ ਇੱਕ ਪੋਜ਼ੀਟਿਵਿਟੀ ਹੈ, ਅਤੇ ਮੈਨੂੰ ਵੀ ਚੰਗਾ ਲੱਗਦਾ। ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਜਿੱਥੇ ਉਹ ਆਪਦੇ
ਦਿਲ ਤੋਂ ਗੱਲ ਕਰ ਰਹੀਆਂ ਨੇ, ਨਹੀਂ ਤਾਂ ਕੋਈ ਉਹਨਾਂ ਨੂੰ ਅੱਗੇ ਨਹੀਂ ਲੱਗਣ ਦਿੰਦਾ। ਸਭ ਧੱਕੇ ਮਾਰ ਪਿੱਛੇ ਕਰ ਦਿੰਦੇ ਆ। ਇਹ ਕਹਿੰਦੇ ਤੁਸੀਂ ਹਟੋ, ਤੁਹਾਨੂੰ ਕੁਝ ਨਹੀਂ ਪਤਾ। ਸੋ ਇਹੋ ਜਿਹਾ ਰੁਝਾਨ ਰਿਹਾ। ਸੋ ਬਿਲਕੁਲ ਉਹਨਾਂ ਦੇ ਮਨਾਂ 'ਚ ਵੀ ਹੈਗਾ ਕਿ ਸਾਡੇ ਲਈ ਅਲੱਗ-ਅਲੱਗ ਪ੍ਰੋਬਲਮਸ ਨੇ। ਕਿਸੇ ਘਰ ਨੂੰ ਅੱਜ ਨਸ਼ੇ ਨੇ ਖ਼ਤਮ ਕਰ ਦਿੱਤਾ, ਕਿਸੇ ਘਰ ਨੂੰ ਅੱਜ ਜਿਹੜੀਆਂ ਬਿਮਾਰੀਆਂ ਨੇ ਭਿਆਨਕ ਉਹਨਾਂ ਨੇ ਖ਼ਤਮ ਕਰ ਦਿੱਤਾ। ਕਿਸੇ ਕੋਲੇ ਇੰਨੀ ਕੁ ਗਰੀਬੀ ਆ ਕਿ ਉਹਨਾਂ ਕੋਲੇ ਸਾਧਨ ਹੈ ਨਹੀਂ, ਕਿਸੇ ਕੋਲੇ ਬੱਚਿਆਂ ਨੇ ਆਪਣਿਆਂ ਨੂੰ ਪੜ੍ਹਾਈ ਕਰਾ ਲਿਆ ਪਰ ਉਹਨਾਂ ਕੋਲੇ ਨੌਕਰੀਆਂ ਹੈ ਨਹੀਂ। ਸੋ ਪੰਜਾਬ ਦੀਆਂ ਤਲਵੰਡੀ ਸਾਬੋ ਦੀਆਂ ਇਹ ਅਲੱਗ-ਅਲੱਗ ਹਰ ਘਰ ਦੀ ਮੁਸ਼ਕਿਲ ਆ, ਅਤੇ ਕੋਸ਼ਿਸ਼ ਰਹੂਗੀ ਕਿ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਣ ਜਿੱਥੇ ਵੱਧ ਤੋਂ ਵੱਧ ਜਿਹੜੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੌਕਰੀਆਂ 'ਤੇ ਲੱਗ ਜਾਣ, ਔਰ ਇਹੋ ਜਿਹਾ ਕੋਈ ਸਿਸਟਮ ਬਣਾਇਆ ਜਾਵੇ ਜਾਂ ਫਿਰ ਉਹ ਚੇਨ ਨੂੰ ਬ੍ਰੇਕ ਕੀਤਾ ਜਾਵੇ ਜਿਹੜੀ ਨਸ਼ੇ ਵੱਧ ਇੱਥੇ ਵਿਕਾਉਂਦੀ ਆ, ਚਿੱਟਾ ਵਿਕਾਉਂਦੀ ਆ, ਉਹਨਾਂ ਨੂੰ ਬ੍ਰੇਕ ਕੀਤਾ ਜਾਵੇ, ਉਹਨਾਂ ਨੂੰ ਤੋੜਿਆ ਜਾਵੇ। ਜੇ ਸਰਕਾਰ ਦੇ ਆਰਡਰ ਹੋਣਗੇ, ਜੇ ਸਰਕਾਰ ਦਾ ਆਰਡਰ ਆਉਂਦਾ ਕਿ ਕਰੋਨਾ ਆ, ਘਰਾਂ 'ਚੋਂ ਬਾਹਰ ਨਹੀਂ ਨਿਕਲਣਾ, ਤਾਂ ਸਰਕਾਰ ਦਾ ਆਰਡਰ ਇਹ ਵੀ ਕਹਿ ਸਕਦਾ ਆ ਕਿ ਚਿੱਟਾ ਵਿਕਾਉਣ ਦੀ ਮਜਾਲ ਨਹੀਂ ਹੋਣੀ ਚਾਹੀਦੀ ਕਿਸੇ ਦੀ, ਤਾਂ ਵਿਕੂਗਾ ਨਹੀਂ ਹੈ। ਸਾਰਾ ਪਰਿਵਾਰ ਲੱਗਿਆ ਪਿਆ ਹੁਣ, ਬਾਈ ਹੋਰੇ ਵੀ ਆਪਣੇ ਪੂਰੇ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ। ਬਿਲਕੁਲ ਜੀ, ਦੇਖੋ ਇਹ ਕਿਸੇ ਦੀ ਇਕੱਲੇ ਦੀ ਗੇਮ ਨਹੀਂ ਹੁੰਦੀ ਹੈ ਨਾ। ਸੋ ਇਹ ਮਤਲਬ ਸਾਰੀ ਮੇਰੀ ਫੈਮਿਲੀ ਜਿਹੜੀ ਆ ਉਹ ਇਸ ਵੇਲੇ ਲੱਗੀ ਹੋਈ ਆ, ਅਲੱਗ-ਅਲੱਗ ਆਪਣੀਆਂ ਟੀਮਸ ਬਣਾ ਕੇ ਕੰਮ ਕਰ ਰਹੀਆਂ ਨੇ। ਅਲੱਗ-ਅਲੱਗ ਟੀਮਸ ਬਣਾ ਕੇ ਕੁਛ ਡੋਰ ਟੂ ਡੋਰ ਕਰ ਰਹੇ ਆ, ਕੁਛ ਘਰਾਂ 'ਚ ਜਾ ਰਹੇ ਆ, ਕੁਛ ਮੀਟਿੰਗਸ ਕਰ ਰਹੇ ਆ। ਸੋ ਇਸ ਤਰੀਕੇ ਬੈਠ ਕੇ ਫਿਰ ਕਰਦੇ ਹੋ ਡਿਸਕਸ ਵੀ ਕਿੱਥੇ ਕਿਵੇਂ ਰਿਸਪੌਂਸ ਰਿਹਾ ਇਹ ਕਿਉਂਕਿ ਐਮਐਲਏ ਨੂੰ ਅਸੀਂ ਪੋਲੀਟੀਕਲ ਸਵਾਲ ਜੇ ਕਰਦੇ ਰਹਿੰਦੇ ਹਾਂ, ਪਰ ਜਿਹੜੀ ਉਹਦੀ ਵੋਟਾਂ ਵਾਲੇ ਦਿਨ ਜਿਹੜੀ ਜ਼ਿੰਦਗੀ ਹੋ ਜਾਂਦੀ ਹੈ, ਵੋਟਾਂ ਤੋਂ ਬਾਅਦ ਵੀ, ਜਿੱਤਣ ਤੋਂ ਬਾਅਦ ਵੀ ਬਹੁਤ ਟਫ ਹੁੰਦੀ ਹੈ। ਤੜਕੇ ਨਿਕਲ ਜਾਂਦੇ ਹੋਗੇ, ਰਾਤ ਨੂੰ ਮਸਾਂ ਆਉਂਦੇ ਹੋਗੇ। ਉਹ ਤਾਂ ਅਕਸਰ ਹੀ ਔਖਾ ਹੁੰਦਾ ਹੈ। ਉਹ ਮੇਰੇ ਤੋਂ ਵੱਧ ਮੇਰੀ ਟੀਮ ਦੱਸ ਸਕਦੀ ਹੈ ਵੀ ਕਿਵੇਂ ਦਾ ਮਹਿਸੂਸ ਕਰਦੇ ਆ, ਕਿਉਂਕਿ ਜਦੋਂ ਸਵੇਰੇ ਜਲਦੀ ਉੱਠਣਾ ਪੈਂਦਾ ਅਤੇ ਰਾਤ ਨੂੰ ਉਹੀ 12, 1, 2 ਵੱਜ ਜਾਂਦੇ ਆ, ਅਤੇ ਸਾਰੇ ਠੀਕ ਹੈ, ਬਟ ਠੀਕ ਹੈ, ਗੁੱਡ ਹੈ। ਅੱਛਾ, ਤੁਸੀਂ ਜਿੱਤ ਗਏ ਇਹ ਤਾਂ ਮੰਤਰੀ ਬਣ ਗਏ, ਤਾਂ ਸਹੇਲੀਆਂ ਫਿਰ ਤੁਸੀਂ ਮਾਣ ਨਾਲ ਤੁਰਿਆ ਕਰੋਗੇ ਵੀ ਹਾਂ ਸਾਡੀ ਸਹੇਲੀ ਮੰਤਰੀ ਹੈ? ਬਿਲਕੁਲ ਜੀ, ਹਾਂਜੀ ਬਿਲਕੁਲ। ਹਾਂਜੀ, ਸਾਨੂੰ ਪੂਰਾ ਹੌਸਲਾ ਹੋ ਜਾਊਗਾ ਜੀ, ਸਾਡੇ ਹੱਕ ਮਿਲਣਗੇ ਸਾਨੂੰ। ਲੱਗਦਾ ਵੀ ਜੇ ਸਰਕਾਰ ਬਣ ਗਈ ਤਾਂ ਮੰਤਰੀ ਬਣ 100% ਯਕੀਨ ਹੈ ਸਰਕਾਰ ਬਣੂਗੀ, ਮੰਤਰੀ ਬਣ ਗਏ, ਮੰਤਰੀ ਬਣਾਉਣਗੇ ਪੱਕਿਆਂ ਨੂੰ? ਪੱਕਾ ਬਣਾਵਾਂਗੇ ਜੀ। ਫਿਰ ਤੁਸੀਂ ਆਇਓ ਇੰਟਰਵਿਊ ਲੈਣ। ਫਿਰ ਉਹ ਇਹਨਾਂ ਨਾ ਹੋਵੇ ਕਿਤੇ ਆਮ ਆਦਮੀ ਤੋਂ ਖਾਸ ਆਦਮੀ ਨਾ ਬਣ ਜਾਓ, ਫਿਰ ਤੁਹਾਨੂੰ ਕਵਾਂਗੇ ਅਸੀਂ ਮੈਡਮ ਨੇ ਤਾਂ ਸੁਣਨੀ ਨਹੀਂ। ਨਹੀਂ ਇਹ ਆਮ ਹੀ ਰਹਿਣਗੇ। ਇਹਨਾਂ ਨੂੰ ਤਾਂ ਹਮੇਸ਼ਾ ਕਈ ਐਮਐਲਏ 'ਚ ਖਾਸੀਅਤ ਜ਼ਰੂਰ ਹੁੰਦੀ ਹੈ, ਜਿਵੇਂ ਤੁਹਾਡੇ ਕਈ ਐਮਐਲਏ 'ਚ ਹੈਗੀ, ਜਿਵੇਂ ਤੁਹਾਡੇ 'ਚ ਵੀ ਹੈਗੀ ਹੈ, ਵੀ ਹਮੇਸ਼ਾ ਤੁਸੀਂ ਖੁਦ ਪਰਸਨਲੀ ਫੋਨ ਚੱਕਦੇ ਹੋ, ਔਰ ਉਮੀਦ ਵੀ ਇਹੀ ਹੈ ਵੀ ਲੋਕਾਂ ਨਾਲ ਵੀ ਤੁਸੀਂ ਇਹੀ ਗੱਲਬਾਤ ਕਰੋਗੇ। ਮੇਰਾ ਆਖਰੀ ਸਵਾਲ ਹੈ, ਤੁਸੀਂ ਪਿੰਡ 'ਚ ਵੀ ਪਹੁੰਚ ਗਏ ਹੋ। ਅੱਛਾ, ਕਈ ਲੋਕ ਨਾ ਇਹ ਇਲਜ਼ਾਮ ਲਾ ਦਿੰਦੇ, ਕਹਿੰਦੇ ਵੀ ਭਗਵੰਤ ਮਾਨ ਵੀ ਬਹੁਤ ਚੰਗਾ ਬੰਦਾ, ਕੈਂਡੀਡੇਟਸ ਵੀ ਸਾਰੇ ਚੰਗੇ ਨੇ, ਬੀਬੀ ਬਲਜਿੰਦਰ ਕੌਰ ਤੋਂ ਵੀ ਅਸੀਂ ਬਾਂਹ ਫੜ ਕੇ ਕੰਮ ਕਰਵਾ ਸਕਦੇ ਹਾਂ, ਕੋਈ ਗੱਲ ਨਹੀਂ। ਪਰ ਕਹਿੰਦੇ ਵੀ ਜਦੋਂ ਗੱਲ ਸਰਕਾਰ ਬਣ ਗਈ ਅਤੇ ਗੱਲ ਜਦੋਂ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਆਈ, ਜਦੋਂ ਪੰਜਾਬ ਅਤੇ ਦਿੱਲੀ ਦੀ ਆਈ, ਜਾਂ ਸਿੱਖਾਂ ਦੀ ਰਿਹਾਈ ਦੀ ਆਈ, ਜਾਂ ਪਾਣੀਆਂ ਦੀ ਆਈ, ਕਹਿੰਦੇ ਉਦੋਂ ਮਸਲਾ ਹਟ ਜਾਣਾ ਹੈ। ਇਸ ਗੱਲ ਤੋਂ ਸਾਨੂੰ ਡਰ ਲੱਗਦਾ, ਕਹਿੰਦੇ ਗੱਲ ਪੰਜਾਬ ਕੇਂਦਰਿਤ ਨਹੀਂ ਗੱਲ ਹੋਣੀ, ਦਿੱਲੀ ਤੋਂ ਫੈਸਲੇ ਹੋਣਗੇ। ਨਹੀਂ, ਇਹ ਨਹੀਂ ਹੁੰਦਾ। ਦੇਖੋ, ਜਦੋਂ ਇੱਕ ਨੈਸ਼ਨਲ ਪਾਰਟੀ ਆ ਤਾਂ ਨੈਸ਼ਨਲ ਪਾਰਟੀ ਦੀ ਜਿਹੜੀਆਂ ਇੰਸਟਰਕਸ਼ਨਸ ਆਉਣੀਆਂ, ਡਾਇਰੈਕਸ਼ਨਸ ਆਉਣੀਆਂ ਨੇ, ਉਹ ਆਉਣੀਆਂ ਦਿੱਲੀ ਤੋਂ ਹੀ ਹੁੰਦੀਆਂ ਨੇ। ਪਰ ਉਹ ਇਹ ਨਹੀਂ ਹੁੰਦਾ ਹੈਗਾ ਕਿ ਉਹ ਜਿੰਨੀਆਂ ਸਟੇਟਸ ਨੇ ਉਹਦੀਆਂ ਡਾਇਰੈਕਸ਼ਨ ਸੇਮ ਹੋਣਗੀਆਂ। ਸੋ ਉਹਦੇ 'ਚ ਬਹੁਤ ਫਰਕ ਆ। ਅੱਜ ਦਿੱਲੀ ਦੇ ਕੰਮ ਕੁਝ ਹੋਰ ਨੇ, ਦਿੱਲੀ ਦੀਆਂ ਇੱਛਾਵਾਂ ਕੁਝ ਹੋਰ ਨੇ, ਦਿੱਲੀ ਦੀਆਂ ਲੋੜਾਂ ਕੁਝ ਹੋਰ ਨੇ, ਅਤੇ ਪੰਜਾਬ ਦੇ ਇੰਟਰਸਟ ਨੇ ਜਿਹੜੇ ਉਹ ਟੋਟਲੀ ਵੱਖਰੇ ਨੇ। ਸੋ ਜਦੋਂ ਕਿਤੇ ਪੰਜਾਬ ਦੀ ਗੱਲ ਹੋਊਗੀ, ਓਬਵੀਅਸਲੀ ਜੇ ਅਸੀਂ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਤਾਂ ਪੰਜਾਬ ਦੇ ਹਿੱਤਾਂ ਲਈ ਖੜਾਂਗੇ। ਸੋ ਇਹ ਨਹੀਂ ਗੱਲ ਹੋਊਗੀ, ਇਹ ਤੁਸੀਂ ਦੇਖੋਗੇ ਜਿਵੇਂ ਜਿਵੇਂ ਅੱਗੇ ਟਾਈਮ ਆਊਗਾ, ਪੰਜਾਬ ਲਈ ਖੜੂਗਾ। ਅਤੇ ਸਾਨੂੰ ਪੂਰਾ ਪਤਾ ਕਿ ਜਿਹੜੇ ਸਾਡੇ ਲੀਡਰ ਬੈਠੇ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਪਤਾ ਆ ਕਿ ਪੰਜਾਬ ਕੀ ਮੰਗਦਾ ਹੈ ਅਤੇ ਦਿੱਲੀ ਕੀ ਮੰਗਦੀ ਹੈ ਅਤੇ ਬਾਕੀ ਸਟੇਟਸ ਕੀ ਮੰਗਦੀਆਂ ਨੇ। ਅੱਛਾ, ਬਲਜਿੰਦਰ ਕੌਰ ਜੇ ਮੰਤਰੀ ਬਣ ਗਏ, ਐਮਐਲਏ ਬਣ ਗਏ, ਕੱਲ੍ਹ ਨੂੰ ਲੋਕਾਂ ਵਿੱਚ ਦੀ ਸਾਇਰਨ ਮਾਰ ਕੇ ਟਾਉਂ ਕਰਕੇ ਤਾਂ ਲੰਘਿਆ ਕਰਨਗੇ, ਕਿਹੋ ਜਿਹੀ ਸਿਕਿਉਰਿਟੀ ਹੋਇਆ ਕਰੂਗੀ? ਅੱਜ ਕੱਲ੍ਹ ਤਾਂ ਮੰਤਰੀਆਂ ਕੋਲੇ ਬਾਹਲੀ ਜ਼ਿਆਦਾ ਸਿਕਿਉਰਿਟੀ, ਧੱਕੇ ਮਾਰਦੇ ਜਾਂਦੇ ਨੇ। ਨਹੀਂ, ਵਾਅਦਾ ਕਰ ਦਿਓ ਕੈਮਰੇ 'ਤੇ। ਨਹੀਂ, ਉਹ ਨਹੀਂ ਗੱਲਾਂ ਹੁੰਦੀਆਂ। ਦੇਖੋ, ਸਾਇਰਨ ਮਾਰ ਕੇ ਕੋਈ ਇੱਥੋਂ ਲੰਘ ਜਾਣਾ ਆ? ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਇਹ ਮੇਰਾ ਪਰਿਵਾਰ ਆ, ਮੇਰਾ ਜਨਮ ਵੀ ਇੱਥੇ ਹੋਇਆ, ਜਿੱਥੇ ਮੈਨੂੰ ਲੋਕਾਂ ਨੇ ਲਾਈਕ ਐਮਐਲਏ ਬਣਾਇਆ ਉਦੋਂ ਵੀ ਮੈਂ ਇੱਥੇ ਸੀ, ਐਮਐਲਏ ਜਿਤਾਇਆ ਉਦੋਂ ਵੀ ਮੈਂ ਇੱਥੇ ਸੀ, ਅਤੇ ਅੱਜ ਦੁਬਾਰਾ ਲਾਈਕ ਪਾਰਟੀ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਅਤੇ ਅੱਜ ਵੀ ਮੈਂ ਇੱਥੇ ਹੀ ਹਾਂ। ਸੋ ਮੈਂ ਇੰਨਾ 'ਚ ਰਹਿਣਾ, ਮੈਂ ਇੱਥੇ ਕਿਹੜੇ ਸਾਇਰਨ ਮਾਰਨੇ ਆ? ਪੰਜਾਬ ਦੀ ਕੁੜੀਆਂ ਮੈਂ, ਆਪਦੇ ਤਲਵੰਡੀ ਸਾਬੋ ਹਲਕੇ ਦੀ ਧੀਆਂ ਮੈਂ, ਅਤੇ ਆਪਦੇ ਲੋਕਾਂ ਦੇ ਕਾਹਦੇ ਸਾਇਰਨ ਮਾਰਨੇ ਹੁੰਦੇ ਆ ਦੱਸੋ? ਅੱਛਾ, ਕੋਈ ਇਹ ਗੱਲ ਦਾ ਪਛਤਾਵਾ ਹੈਗਾ ਵੀ ਸੱਚੀ ਲੋਕਾਂ 'ਚ ਮਾੜੀ ਜਿਹੀ ਪ੍ਰੈਜ਼ੈਂਸ ਘੱਟ ਰਹਿ ਗਈ, ਜਿਹੜੀ ਅਗਲੀ ਵਾਰੀ ਸੁਧਾਰੋਗੇ? ਨਹੀਂ, ਉਹਦੇ 'ਚ ਦੇਖੋ, ਜੇ ਤਾਂ ਕੋਈ ਉਸ ਚੀਜ਼ ਨੂੰ ਇੰਟੈਂਸ਼ਨਲੀ ਕੀਤਾ ਹੋਵੇ, ਕਿਉਂਕਿ ਮੈਂ ਇਹ ਮੰਨਦੀ ਹਾਂ ਕਿ ਲੋਕਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਸੀਗੀਆਂ,
ਉਹ ਚਾਹੁੰਦੇ ਸੀਗੇ ਕਿ ਹਰ ਘਰ ਨੂੰ ਮਤਲਬ 60 ਦੇ 60 ਪਿੰਡਾਂ ਨੂੰ ਪਰਸਨਲੀ 5 ਸਾਲਾਂ 'ਚ 2-2 4-4 ਵਾਰੀ ਟੱਚ ਕੀਤਾ ਜਾਵੇ, ਜਿਹੜਾ ਕਿ ਮੈਨੂੰ ਲੱਗਦਾ ਪੋਸੀਬਲ ਹੀ ਨਹੀਂ ਸੀ। ਕਿਉਂਕਿ ਇੱਕ ਪਾਰਟੀ ਦੇ ਇੰਨੇ ਉਤਰਾਅ ਚੜ੍ਹਾਏ, ਪਾਰਟੀ ਨੂੰ ਸੰਭਾਲ ਕੇ ਰੱਖਣਾ, ਪਾਰਟੀ ਬਿਲਕੁਲ ਉਸ ਮੋੜ ਤੇ ਆ ਗਈ ਸੀ ਜਿੱਥੇ ਟੁੱਟਦੀ ਜਿਹੜੀ ਆ ਖਿੰਡ ਦੀ ਉਹਨੂੰ ਇਕੱਠਾ ਕੀਤਾ, ਉਹਨੂੰ ਜੋੜਿਆ, ਉਹਨੂੰ ਸੰਭਾਲਿਆ। ਸੋ ਜ਼ਿੰਮੇਵਾਰੀ ਇੱਕ ਨਹੀਂ ਸੀ ਵੀ ਇੱਕ ਪਰਿਵਾਰ ਨੂੰ ਜੋੜ ਕੇ ਰੱਖਣਾ, ਪੂਰੀ ਪਾਰਟੀ ਨੂੰ ਜੋੜ ਕੇ ਰੱਖਣਾ, ਪੂਰੇ ਪੰਜਾਬ ਨੂੰ ਮੁੜ ਇੱਥੋਂ ਤੱਕ ਲੈ ਕੇ ਆਉਣਾ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਸੋ ਉਹਦੇ 'ਚ ਕੋਈ ਇਹ ਨਹੀਂ ਸੀ ਕਿ ਲੋਕਾਂ ਨੇ ਜਿਤਾ ਦਿੱਤਾ ਤਾਂ ਤੁਸੀਂ ਇੰਟੈਂਸ਼ਨਲੀ ਕਹੋਗੇ ਮੈਂ ਹੁਣ ਆਉਣਾ ਨਹੀਂ ਹੈ। ਪਰ ਇਮਾਨਦਾਰੀ ਨਾਲ ਮੈਂ ਕਹਿ ਸਕਦੀ ਹਾਂ ਕਿ ਆਪਦੇ ਵੱਲੋਂ ਮੈਂ ਹਰ ਉਹ ਕੋਸ਼ਿਸ਼ ਕੀਤੀ ਆ ਕਿ ਜਿੱਥੇ ਕਿਸੇ ਦਾ ਦੁੱਖ ਸੁੱਖ ਆ, ਜਿੱਥੇ ਕਿਸੇ ਦਾ ਸੁਨੇਹਾ ਮਿਲਿਆ ਤਾਂ ਮੇਰੀ ਹਾਜ਼ਰੀ ਜਿਹੜੀ ਉੱਥੇ ਰਹੀ ਆ। ਜਾਂਦੇ ਇਹ ਦੱਸ ਦਿਓ ਕਿ ਪਿਛਲੀ ਵਾਰੀ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਸੀ 100 ਸੀਟ ਆਊਗੀ ਤੇ ਐਤਕੀ ਵੀ ਕਹਿੰਦੇ ਵੀ ਹਵਾ ਹੈ। ਤੇ ਮੈਂ ਤਾਂ ਦੇਖੋ ਨਾ ਮੈਂ ਪਿਛਲੀ ਵਾਰੀ ਆਖਿਆ 100 ਸੀਟ ਆਊਗੀ, ਮੈਂ ਨਹੀਂ ਕਿਸੇ ਇੰਟਰਵਿਊ 'ਚ ਆਖਿਆ। ਪਰ ਦੇਖੋ ਇਸ ਵਾਰੀ ਵੀ ਮੈਂ ਇਹੀ ਕਹਿ ਰਹੀ ਹਾਂ ਕਿ ਪੰਜਾਬ ਤਿਆਰ ਆ, ਲੋਕ ਤਿਆਰ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ। ਕੁਝ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਉਮੀਦਾਂ, ਕਿਉਂਕਿ ਲੋਕ ਤੀਜਾ ਬਦਲਾਅ ਚਾਹੁੰਦੇ ਆ, ਉਹਨਾਂ ਤੇ ਉਤਰ ਜੂਗੇ ਸਾਰੇ ਕੈਂਡੀਡੇਟਸ ਤੁਹਾਨੂੰ ਸਹੀ ਲੱਗਦੇ ਆ, ਸਾਰੇ ਸਰਕਾਰ ਤੁਹਾਡੀ ਜਿਹੜਾ ਗਰੁੱਪ ਹੈ ਵਧੀਆ ਲੱਗਦਾ। ਤੇ ਇਸ ਟਾਈਮ ਤਾਂ ਜਿਹੜਾ ਤੁਸੀਂ ਕਹਿੰਦੇ ਪਾਰਟੀ ਖਿੰਡੀ ਹੈ, ਇਹ ਤੋਂ ਬਾਅਦ 15-16 ਦਿਨਾਂ 'ਚ ਖਿੰਡਣ ਦਾ ਤਾਂ ਕੋਈ ਡਰ ਨਹੀਂ। ਲੋਕ ਤਿਆਰ ਆ। ਦੇਖੋ ਲੋਕ ਬੇਸਿਕਲੀ ਕਿਸੇ ਪਾਰਟੀ ਦੀ ਹੋਂਦ ਉਦੋਂ ਹੀ ਬਚਦੀ ਆ ਨਾ ਜਦੋਂ ਲੋਕ ਉਹਨੂੰ ਸੰਭਾਲ ਕੇ ਰੱਖਣ, ਲੋਕਾਂ ਦੇ ਦਿਲਾਂ 'ਚ ਪਿਆਰ ਹੋਵੇ, ਸਤਿਕਾਰ ਹੋਵੇ। ਜੇ ਅੱਜ ਆਮ ਆਦਮੀ ਪਾਰਟੀ ਮੁੜ ਸਥਾਪਿਤ ਹੋਈ ਆ, ਮੁੜ ਉਸ ਸਰਕਾਰ ਬਣਾਉਣ ਵਾਲੀ ਜਿਹੜੀ ਆ ਲੀਹ 'ਤੇ ਆ ਕੇ ਖੜ੍ਹ ਗਈ ਆ, ਤਾਂ ਇਹ ਪੰਜਾਬ ਦੇ ਲੋਕਾਂ ਨੇ ਮਾਣ ਬਖਸ਼ਿਆ ਆ। ਉਹਨਾਂ ਨੇ ਦਿਲਾਂ 'ਚੋਂ ਪਾਰਟੀ ਨਹੀਂ ਕੱਢੀ ਸੀ। ਠੀਕ ਹੈ ਸਰਕਾਰ ਨਹੀਂ ਬਣੀ ਸੀ ਤਾਂ ਉਹ ਇੱਕਦਮ ਉਹਨਾਂ ਦਾ ਮੋਰਲ ਡਾਊਨ ਗਿਆ ਸੀ ਤੇ ਅੱਜ ਬੂਸਟ ਹੋ ਗਿਆ, ਪੰਜਾਬ ਤਿਆਰ ਆ। ਬਹੁਤ ਉਮੀਦ ਹੈ ਸਾਨੂੰ ਵੀ ਤੁਸੀਂ ਵਧੀਆ ਕੰਮ ਹੀ ਕਰੋਗੇ ਅਗਰ ਤੁਹਾਡੀ ਪਰਮਾਤਮਾ ਜਿੱਤ ਬਖਸ਼ਦਾ। ਇਹ ਬੀਬੀ ਬਲਜਿੰਦਰ ਕੌਰ ਸੀ ਤਲਵੰਡੀ ਸਾਬੋ ਹਲਕੇ ਤੋਂ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ, ਔਰ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ 100% ਬਣੇਗੀ ਔਰ ਪਿਛਲੀ ਵਾਰ ਨਾਲੋਂ ਵੱਧ ਇਹਨਾਂ ਨੇ ਕਿਹਾ ਵੀ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਹੈ। ਕੈਮਰਾਮੈਨ ਦੀਪਕ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ, ਤਲਵੰਡੀ ਸਾਬੋ।